आदि की महिमा वेद न जाने, जेता सुनै तेता बखियानै। ਸਤਿਗੁਰਾਂ ਦੇ ਪਾਵਨ ਬਚਨ ਹਨ। ਸਾਧ ਕੀ ਮਹਿਮਾ, ਸਾਧੂ ਜਨਾਂ ਦੀ ਵਡਿਆਈ, ਗੁਰਮੁਖਾਂ ਦੀ ਵਡਿਆਈ, ਉਸ ਗੁਰੂ ਦੇ ਨਾਲ ਜੁੜਿਆਂ ਹੋਇਆਂ ਦੀ, ਅੰਦਰੋਂ ਜੁੜਿਆਂ ਹੋਇਆਂ ਦੀ ਵਡਿਆਈ ਵੇਦਾਂ ਦੇ ਵਿੱਚ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਵੇਦਾਂ ਸ਼ਾਸਤਰਾਂ ਜੋ ਬਹੁਤ ਵੱਡੇ ਧਾਰਮਿਕ ਗ੍ਰੰਥ ਧਰਤੀ ਦੇ ਮੰਨੇ ਗਏ ਨੇ, ਕਹਿਣ ਲੱਗੇ ਉਹਨਾਂ ਗ੍ਰੰਥਾਂ ਦੇ ਵਿੱਚ ਵੀ ਜੋ ਪਰਮਾਤਮਾ ਨਾਲ ਅੰਦਰੋਂ ਜੁੜ ਗਿਆ ਉਸ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਆਪਾਂ ਸੁਖਮਨੀ ਸਾਹਿਬ ਦੇ ਸ਼ੁਰੂ ਵਿੱਚ ਪੰਕਤੀ ਪੜ੍ਹ ਕੇ ਆਏ ਹਾਂ, ਚੇਤੇ ਕਰੀਏ। ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਹਿਣ ਲੱਗੇ ਇੱਕ ਕਿਣਕਾ ਹੀ ਜਿਹਦੇ ਮਨ ਵਿੱਚ ਵਸਾ ਦੇਵੇ ਨਾ ਆਪਣੇ ਨਾਮ ਦਾ, ਉਸ ਮਨੁੱਖ ਦੀ ਮਹਿਮਾ ਤਾਂ ਗਾਈ ਨਹੀਂ ਜਾ ਸਕਦੀ। ਉਹੀ ਗੱਲ ਇੱਥੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਸਾਧ ਕੀ ਮਹਿਮਾ ਵੇਦ ਨਾ ਜਾਣੈ। ਅਗਲਾ ਬਚਨ ਕਹਿਣ ਲੱਗੇ, ਜੇਤਾ ਸੁਣੈ ਤੇਤਾ ਬਖਿਆਨੈ। ਜਿਤਨਾ ਕੁ ਸੁਣਦੇ ਨੇ ਉਹ ਵੇਦਾਂ ਸ਼ਾਸਤਰਾਂ ਨੂੰ ਲਿਖਣ ਵਾਲੇ ਰਚਨਹਾਰ ਲੋਕ ਓਨਾ ਹੀ ਬਿਆਨ ਕਰਦੇ ਨੇ। ਉਹ ਜੇਤਾ ਸੁਣੈ ਤੇਤਾ, ਜਿੰਨਾ ਕੁ ਦਿਖਾਈ ਦੇ ਜਾਂਦਾ ਓਨਾ ਕੁ ਬਿਆਨ ਕਰ ਦਿੱਤਾ। ਪਰ ਕਹਿਣ ਲੱਗੇ ਮਹਿਮਾ ਫੇਰ ਵੀ ਬਿਆਨ ਤੋਂ ਪਰੇ ਹੈ। ਇਹ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਕਿਸੇ ਸਾਧੇ ਹੋਏ ਦੀ, ਕਿਸੇ ਗੁਰਮੁਖ ਦੀ, ਅੰਦਰੋਂ ਜੁੜੇ ਹੋਏ ਮਨੁੱਖ ਦੀ ਮਹਿਮਾ ਨੂੰ ਗਾਉਣਾ ਜਾਂ ਮਹਿਮਾ ਸੰਪੂਰਨ ਤੌਰ ਤੇ ਉਸ ਦੀ ਮਹਿਮਾ ਕਰਨੀ, ਉਸ ਦੀ ਵਡਿਆਈ ਨੂੰ ਸੰਪੂਰਨ ਤੌਰ ਤੇ ਕਰ ਦੇਣਾ, ਇਹ ਆਪਣੇ ਵੱਸ ਦੀ ਗੱਲ ਨਹੀਂ। ਇਹ ਕਹਿਣ ਸੁਣਨ ਤੋਂ ਬਾਹਰੀ ਹੈ। ਇੰਨਾ ਜ਼ਿਆਦਾ ਸਤਿਗੁਰਾਂ ਨੇ ਵਡਿਆਈ ਦੇ ਕੇ ਬਖਸ਼ਿਆ ਇੱਕ ਸਾਧ ਜਨ ਨੂੰ, ਜੁੜੇ ਹੋਏ ਨੂੰ, ਗੁਰਮੁਖ ਨੂੰ ਇਤਨੀ ਜ਼ਿਆਦੀ ਵਡਿਆਈ ਦਾ ਪਾਤਰ ਬਣਾਇਆ। ਵੇਖੋ ਇੱਥੋਂ ਤੱਕ ਲਿਖ ਦਿੱਤਾ ਕਿ ਉਹਦੀ ਵਡਿਆਈ ਨੂੰ ਤਾਂ ਵੇਦ ਵੀ ਨਹੀਂ ਗਾ ਸਕਦੇ। ਇਸ ਤੋਂ ਅਗਲਾ ਬਚਨ ਕਹਿਣ ਲੱਗੇ, ਸਾਧ ਕੀ ਮਹਿਮਾ ਤੇਹ ਗੁਣ ਤੇ ਦੂਰ, ਸਾਧ ਕੀ ਮਹਿਮਾ ਰਹੀ ਭਰਪੂਰ। ਹੁਣ ਸਾਧ ਦੀ ਜਿਹੜੀ ਉਪਮਾ ਹੈ, ਜੋ ਸਮਾਨਤਾ ਹੈ, ਉਪਮਾ ਦਾ ਮਤਲਬ ਹੈ ਕਿਸੇ ਨਾਲ ਕੰਪੈਰੀਜ਼ਨ ਕਰਨਾ, ਕੋਈ ਤੁਲਨਾ ਕਰਨੀ ਦੋਨਾਂ ਚੀਜ਼ਾਂ ਦੀ। ਕਹਿਣ ਲੱਗੇ ਸਾਧ ਕੀ ਉਪਮਾ, ਸਾਧ ਦੀ ਸਮਾਨਤਾ ਜਿਹੜੀ ਹੈ, ਤੇ ਗੁਣ ਤੇ ਭਿੰਨ ਤਿੰਨ ਗੁਣ ਨੇ ਜਿਨ੍ਹਾਂ ਵਿੱਚ ਇਹ ਜਗਤ ਜੀ ਰਿਹਾ। ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਇਹਨਾਂ ਤਿੰਨਾਂ ਗੁਣਾਂ ਤੋਂ ਵੀ ਪਰੇ ਹੈ। ਭਾਵ ਜਗਤ ਦੀ ਰਚਨਾ ਵਿੱਚ ਕੋਈ ਅਜਿਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ। ਸਭ ਤੋਂ ਉੱਤਮ ਕਹਿ ਦਿੱਤਾ। ਅਗਲਾ ਬਚਨ ਕਹਿਣ ਲੱਗੇ, ਸਾਧ ਕੀ ਮਹਿਮਾ ਉਪਮਾ ਰਹੀ ਭਰਪੂਰ। ਸਾਧ ਦੀ ਸਮਾਨਤਾ ਉਸ ਪ੍ਰਭੂ ਦੇ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਕਿਤੇ ਵਿਆਪਕ ਹੈ। ਵੇਖੋ ਗੁਰਮੁਖ ਦੀ ਅੰਦਰੋਂ ਜੁੜੇ ਹੋਏ ਦੀ ਤੁਲਨਾ ਕਹਿੰਦੇ ਜੇ ਕਰਨੀ ਹੈ ਨਾ, ਇਸ ਧਰਤੀ ਤੇ ਕੋਈ ਚੀਜ਼ ਹੀ ਨਹੀਂ ਬਣੀ ਜਿਹਦੇ ਨਾਲ ਤੁਲਨਾ ਕੀਤੀ ਜਾਵੇ ਵੀ ਫਲਾਣੇ ਵਰਗਾ ਹੈ। ਕਹਿੰਦੇ ਕਿਹਦੇ ਨਾਲ ਤੁਲਨਾ ਕਰੀਏ? ਕੇਵਲ ਤੇ ਕੇਵਲ ਕਹਿੰਦੇ ਉਹਦੀ ਤੁਲਨਾ ਤਾਂ ਰੱਬ ਨਾਲ ਹੀ ਕਰੋ ਸਿੱਧੀ। ਸਾਧ ਕੀ ਉਪਮਾ ਰਹੀ ਭਰਪੂਰ। ਭਰਪੂਰ ਦਾ ਮਤਲਬ ਹੈ ਸਭ ਥਾਈਂ ਵਿਆਪਕ। ਸਾਧੂ ਦੀ ਸਮਾਨਤਾ ਕੇਵਲ ਤੇ ਕੇਵਲ ਸਾਰੇ ਥਾਵਾਂ ਤੇ ਵਿਆਪਕ ਰੱਬ ਨਾਲ ਹੀ ਕੀਤੀ ਜਾ ਸਕਦੀ ਹੈ। ਬਰਾਬਰੀ, ਰੱਬ ਦੀ ਬਰਾਬਰੀ ਤੱਕ ਪਹੁੰਚ ਜਾਂਦਾ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ। ਕੋਈ ਕਾਗਜ਼ ਨਹੀਂ ਬਣਿਆ, ਕੋਈ ਕਲਮ ਨਹੀਂ ਐਸੀ ਬਣੀ ਜਿਹਦੇ ਤੇ ਮੰਨਣ ਵਾਲੇ ਦੀ, ਗੁਰੂ ਦੇ ਲੜ ਲੱਗਣ ਵਾਲੇ ਦੀ ਉਪਮਾ ਨੂੰ ਕਿਹਾ ਜਾ ਸਕੇ। ਅਗਲਾ ਬਚਨ ਕਹਿਣ ਲੱਗੇ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧੂ ਜਨ ਦੀ ਸੋਭਾ ਦਾ ਅੰਦਾਜ਼ਾ ਹੀ ਨਹੀਂ ਲੱਗ ਸਕਦਾ, ਅੰਤ ਹੀ ਕੋਈ ਨਹੀਂ ਜੀ। ਸਾਧ ਕੀ ਸੋਭਾ ਕਾ ਨਾਹੀ ਅੰਤ, ਬਿਲਕੁਲ ਸਹਿਜੇ ਸਮਝ ਆਉਣ ਵਾਲੇ ਅਰਥ ਨੇ। ਅਗਲਾ ਬਚਨ ਕਹਿਣ ਲੱਗੇ, ਸਾਧ ਕੀ ਸੋਭਾ ਸਦਾ ਬੇਅੰਤ। ਬੇਅੰਤ ਹੈ, ਉਸ ਨੂੰ ਕਿਹਾ ਨਹੀਂ ਜਾ ਸਕਦਾ, ਉਸ ਦਾ ਕੋਈ ਪਾਰਾਵਾਰ ਆਰਾ ਪਾਰ ਹੀ ਨਹੀਂ। ਅਗਲਾ ਬਚਨ ਕਹਿਣ ਲੱਗੇ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਜ਼ਿਆਦਾ ਉੱਚੀ ਹੈ।
ਸਾਧ ਕੀ ਸੋਭਾ ਊਚ ਤੇ ਉੱਚੀ, ਸਭ ਤੋਂ ਉੱਚੀ ਹੈ ਸਾਧੂ ਜਨ ਦੀ ਸੋਭਾ। ਕਿਸੇ ਜੁੜੇ ਹੋਏ ਦੀ, ਕਿਸੇ ਗੁਰੂ ਦੇ ਲੜ ਲੱਗੇ ਹੋਏ ਦੀ, ਗੁਰਮੁਖ ਜਨ ਦੀ ਸੋਭਾ ਕਿਤਨੀ ਜ਼ਿਆਦਾ ਗਾਈ ਹੈ। ਵੇਖੋ, ਹੈਰਾਨੀ ਦੀ ਗੱਲ ਹੈ, ਜਿਹੜਾ ਅੰਦਰੋਂ ਗੁਰੂ ਨਾਲ ਜੁੜ ਜਾਵੇ, ਸੁਧਰ ਜਾਵੇ। ਮੇਨ ਗੱਲ ਹੈ, ਸਾਧ ਦਾ ਮਤਲਬ ਹੈ ਸਾਧਿਆ ਹੋਇਆ, ਸੁਧਰਿਆ ਹੋਇਆ। ਜਿਹੜਾ ਬੰਦਾ ਸੁਧਰ ਗਿਆ ਨਾ, ਬੁਰਾਈਆਂ ਤੋਂ ਤੌਬਾ ਕਰ ਗਿਆ, ਗੁਰੂ ਦੇ ਲੜ ਲੱਗ ਗਿਆ, ਕੋਈ ਪਾਪ ਕਰਨ ਤੋਂ ਗੁਰੇਜ਼ ਕਰਨ ਲੱਗ ਗਿਆ, ਮੰਦਾ ਸੋਚਣ ਤੋਂ ਜਾਂ ਮੰਦਾ ਕਰਨ ਤੋਂ ਡਰਨ ਲੱਗ ਗਿਆ, ਹਟ ਗਿਆ। ਚੇਤੇ ਰੱਖਣਾ, ਗੁਰੂ ਨੇ ਆਖਿਆ ਕਿ ਉਹ ਬੰਦਾ ਰੱਬ ਦੇ ਬਰਾਬਰ ਹੈ, ਰੱਬ ਤੋਂ ਘੱਟ ਨਹੀਂ। ਕਹਿਣ ਲੱਗੇ ਸਾਧ ਕੀ ਸੋਭਾ ਊਚ ਤੇ ਉੱਚੀ, ਸਾਰਿਆਂ ਤੋਂ ਉੱਚੀ ਆ ਉਸ ਦੀ ਸੋਭਾ। ਤੇ ਅਗਲਾ ਬਚਨ ਕਹਿਣ ਲੱਗੇ ਸਾਧ ਕੀ ਸੋਭਾ ਮੂਚ ਤੇ ਮੂਚੀ। ਮੂਚ ਦਾ ਮਤਲਬ ਹੈ ਵੱਡੀ। ਪਹਿਲਾਂ ਉੱਚੀ ਦੀ ਗੱਲ ਐ ਸੀ, ਹੁਣ ਵੱਡੀ ਦੀ ਗੱਲ ਹੈ। ਸਾਧੂ ਜਨ ਦੀ ਸੋਭਾ ਬਹੁਤ ਵੱਡੀ ਤੋਂ ਵੀ ਵੱਡੀ ਹੈ, ਉੱਚੀ ਤੋਂ ਵੀ ਉੱਚੀ ਹੈ। ਅਖੀਰਲਾ ਬਚਨ ਇਸ ਪਦੇ ਦਾ ਵੀ ਤੇ ਇਸ ਅਸ਼ਟਪਦੀ ਦਾ ਵੀ ਸਤਿਗੁਰੂ ਜੀ ਫਰਮਾਨ ਕਰਦੇ ਹਨ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਅਖੀਰਲੀ ਪੰਕਤੀ ਵਿੱਚ ਤਾਂ ਗੱਲ ਹੀ ਨਵੇੜ ਦਿੱਤੀ, ਬਿਲਕੁਲ ਸਿੱਧੀ ਪੰਕਤੀ ਹੀ ਲਿਖ ਦਿੱਤੀ, ਮੋਹਰ ਹੀ ਲਾ ਦਿੱਤੀ। ਜਿਵੇਂ ਇੱਕ ਕਾਗਜ਼ ਤੇ ਗੌਰਮੈਂਟ ਦੀ ਮੋਹਰ ਲੱਗ ਜਾਏ, ਰੱਦੀ ਦਾ ਕਾਗਜ਼ ਵੀ ਕਰੋਨਾ ਦਾ ਬਣ ਜਾਂਦਾ ਹੈ। ਸਮਝ ਲਓ ਇਹ ਸੱਚੀ ਸਰਕਾਰ ਨੇ ਉਸ ਨਾਚੀਜ਼ ਇੱਕ ਮਿੱਟੀ ਦੇ ਪੁਤਲੇ ਤੇ ਐਸੀ ਮੋਹਰ ਲਾਈ, ਉਹ ਮਿੱਟੀ ਦਾ ਪੁਤਲਾ ਵੀ ਰੱਬ ਦੀ ਤੁਲਨਾ, ਰੱਬ ਦੇ ਬਰਾਬਰ ਜਾ ਖਲੋਤਾ। ਕਹਿਣ ਲੱਗੇ ਸਾਧ ਕੀ ਸੋਭਾ ਸਾਧ ਬਣ ਆਈ। ਸਾਧੂ ਦੀ ਸੋਭਾ ਤਾਂ ਸਾਧੂ ਨੂੰ ਹੀ ਫੱਬਦੀ ਹੈ, ਭਾਵ ਉਹਦੀ ਸੋਭਾ ਨੂੰ ਉਹੀ ਗਾ ਸਕਦਾ ਹੈ ਜਿਹੜਾ ਆਪ ਸਾਧਿਆ ਹੋਇਆ ਹੋਵੇ, ਜਿਹੜਾ ਖੁਦ ਉਸ ਅਵਸਥਾ ਤੇ ਪਹੁੰਚ ਜਾਵੇ। ਤੇ ਅਖੀਰ ਵਿੱਚ ਕਹਿਣ ਲੱਗੇ ਨਾਨਕ ਸਾਧ ਪ੍ਰਭ, ਸਾਧੂ ਦੇ ਵਿੱਚ ਤੇ ਪ੍ਰਭੂ ਦੇ ਵਿੱਚ ਭੇਦ ਨਾ ਪਾਈ। ਕੋਈ ਭੇਦ ਹੀ ਨਹੀਂ ਰਹਿ ਜਾਂਦਾ, ਕੋਈ ਫਰਕ ਹੀ ਨਹੀਂ ਰਹਿ ਜਾਂਦਾ। ਜਦੋਂ ਕੋਈ ਮਨੁੱਖ ਸੁਧਰ ਜਾਂਦਾ ਹੈ, ਜਦੋਂ ਕੋਈ ਮਨੁੱਖ ਸਾਧਿਆ ਜਾਂਦਾ ਹੈ, ਗੁਰੂ ਦੇ ਲੜ ਲੱਗ ਜਾਂਦਾ ਹੈ, ਗੁਰੂ ਦੀ ਸਿੱਖਿਆ ਨੂੰ ਆਪਣੇ ਅੰਦਰ ਘਰ ਕਰਵਾ ਕੇ ਆਪਣੇ ਅੰਦਰ ਵਸਾ ਲੈਂਦਾ ਹੈ, ਚੇਤੇ ਰੱਖਣਾ ਉਹਦੀ ਤੁਲਨਾ ਤਾਂ ਫਿਰ ਰੱਬ ਦੇ ਬਰਾਬਰ ਹੋ ਜਾਂਦੀ ਹੈ। ਤੇ ਬਰਾਬਰ ਹੀ ਨਹੀਂ, ਇੱਥੋਂ ਤੱਕ ਕਹਿਣ ਦਿੱਤਾ, ਕਹਿਣ ਲੱਗੇ ਉਸ ਮਨੁੱਖ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਭੇਦ ਹੀ ਨਹੀਂ ਰਹਿ ਗਿਆ, ਇੱਕ ਮਿੱਕ ਤੇ ਇੱਕ ਸਾਰ ਹੋ ਗਏ।